मैं बेसिकली अपने परिवार ਦੇ ਨਾਲ ਹੇਮਕੁੰਟ ਸਾਹਿਬ ਗੁਰਦੁਆਰਾ ਜਾ ਰਿਹਾ ਸੀ। ਉਸ ਟਾਈਮ ਤੇ ਮੈਂ ਜ਼ਿਆਦਾ ਭਗਵਾਨ ਦੇ ਵਿੱਚ ਮੰਨਦਾ ਨਹੀਂ ਸੀ। ਮੈਨੂੰ ਨਾ ਭਗਵਾਨ ਦਿਸਦਾ ਨਾ ਮਹਿਸੂਸ ਹੁੰਦਾ। ਬਿਕੋਜ਼ 2013 ਦੇ ਵਿੱਚ ਇੱਕ ਹਾਦਸਾ ਹੋਇਆ ਮੇਰੇ ਨਾਲ। ਜਿਸ ਗੱਡੀ ਦੇ ਵਿੱਚ ਅਸੀਂ ਆਏ ਸੀਗੇ ਉਹ ਗੱਡੀ ਮੇਰੇ ਸਾਹਮਣੇ ਬਹਿ ਗਈ ਸੀ। ਜਿੱਥੇ ਅਸੀਂ ਜਾਣਾ ਸੀ ਜਿਸ ਪੁਲ ਨੂੰ ਕ੍ਰੋਸ ਕਰਕੇ ਨੈਕਸਟ ਦਿਨ ਉਹ ਮੇਰੇ ਸਾਹਮਣੇ ਬਹਿ ਗਿਆ ਸੀ। ਮੇਰੇ ਸਾਹਮਣੇ ਗੁਰਦੁਆਰੇ ਦਾ ਜਿਹੜਾ ਲੰਗਰ ਹਾਲ ਸੀਗਾ ਗੋਬਿੰਦ ਘਾਟ ਦੇ ਵਿੱਚ ਉਹਦੀ ਦੀਵਾਰ ਟੁੱਟ ਕੇ ਜਿਹੜੇ ਭਰੇ ਹੋਏ ਪਤੀਲੇ 150 ਕਿਲੋ ਦੇ ਪਤੀਲੇ ਹੁੰਦੇ ਸੀਗੇ ਉਹ ਦਾਲ ਦੀ ਸਬਜ਼ੀਆਂ ਮੇਰੇ ਸਾਹਮਣੇ। ਤਾਂ ਜਿੰਨਾ ਵੀ ਨਾਸਤਿਕ ਹੋਏ ਨਾ ਜਦੋਂ ਉਹਨੂੰ ਮੌਤ ਦਿਖਦੀ ਹੈ ਸਾਹਮਣੇ ਉਹਨੂੰ ਕहीं ਨਾ ਕहीं ਇੱਕ ਉਮੀਦ ਦੀ ਕਿਰਨ ਜਾਗ ਜਾਂਦੀ ਹੈ ਕਿ ਜਿਹੜਾ ਮੈਨੂੰ ਕੋਈ ਹੱਥ ਫੜ ਕੇ ਮੇਰਾ ਲਾਇਆ ਉਹ ਕੌਣ ਸੀ, ਉਹ ਗੁਰੂ ਨਾਨਕ ਹੀ ਸੀ ਮੇਰੇ ਵਾਸਤੇ। ਬਚਪਨ ਵਿੱਚ ਮੈਂ ਗੁਰਦੁਆਰੇ ਜਾਂਦੇ ਹੋਏ ਪਾਠੀ ਸਿੰਘ ਤੋਂ ਇੱਕ ਪੰਕਤੀ ਸੁਣੀ ਸੀ, ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ, ਜਿਹਦੀ ਮੈਨੂੰ ਵੈਲਿਊ ਉਸ ਟਾਈਮ ਤੇ ਨਹੀਂ ਸੀ ਬਟ ਕਾਫੀ ਲੇਟ ਜਾ ਕੇ ਰਿਅਲਾਈਜੇਸ਼ਨ ਹੋਈ। ਜਿਹੜੀ ਪੂਰੀ ਮਾਨਵਤਾ ਹੈ ਉਹਦੇ ਵਿੱਚ ਵਿਤਕਰਾ ਨਹੀਂ ਕਰਨਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਤੀਰਥ ਸਿੰਘ ਹਾਂ ਅਤੇ ਤੁਸੀਂ ਮੈਨੂੰ ਹੇਮਕੁੰਟ ਫਾਊਂਡੇਸ਼ਨ ਦੇ ਨਾਲ ਸੇਵਾ ਕਰਦੇ ਹੋਏ ਦੇਖਿਆ ਹੋਵੇਗਾ। ਮੈਂ ਵੀ ਤੁਹਾਡੇ ਵਰਗਾ ਇੱਕ ਫੁਕਰਾ ਹੀ ਸੀ। ਵਧੀਆ ਕੱਪੜੇ ਪਹਿਨਣੇ, ਵਧੀਆ ਖਾਣਾ ਪੀਣਾ, ਪੀਜ਼ਾ ਬਰਗਰ, ਅਯਾਸ਼ੀ ਕਰਨੀ, ਮਹਿੰਗੀ ਗੱਡੀਆਂ ਦੇ ਵਿੱਚ ਬਹਿਣਾ, ਬੁਲਟ ਦਾ ਸ਼ੌਕ ਰੱਖਣਾ। ਬਟ ਇਹ ਸਾਰੀਆਂ ਚੀਜ਼ਾਂ ਹੁਣ ਨਹੀਂ, ਕਾਫੀ ਚੇਂਜ ਆਏ ਮੇਰੀ ਜ਼ਿੰਦਗੀ ਦੇ ਵਿੱਚ। ਬਿਕੋਜ਼ 2013 ਦੇ ਵਿੱਚ ਇੱਕ ਹਾਦਸਾ ਹੋਇਆ ਮੇਰੇ ਨਾਲ ਉੱਤਰਾਖੰਡ ਦੇ ਵਿੱਚ। ਸਭ ਨੂੰ ਪਤਾ ਕਿ ਇੱਕ ਤਰਾਸਦੀ ਆਈ ਸੀ ਜਿਹੜੀ ਉੱਤਰਾਖੰਡ ਦੇ ਵਿੱਚ ਬਾੜ ਸੀ, ਚਾਹੇ ਉਹ ਬਦਰੀਨਾਥ ਦੇ ਕੋਲ ਹੋਏ। ਮੈਂ ਬੇਸਿਕਲੀ ਆਪਣੇ ਪਰਿਵਾਰ ਦੇ ਨਾਲ ਹੇਮਕੁੰਟ ਸਾਹਿਬ ਗੁਰਦੁਆਰਾ ਜਾ ਰਿਹਾ ਸੀ। ਉਸ ਟਾਈਮ ਤੇ ਮੈਂ ਜ਼ਿਆਦਾ ਭਗਵਾਨ ਦੇ ਵਿੱਚ ਮੰਨਦਾ ਨਹੀਂ ਸੀ। ਮੈਨੂੰ ਲੱਗਦਾ ਸੀ ਕਿ ਸਾਇੰਟੀਫਿਕਲੀ ਪ੍ਰੂਵਨ ਤੇ ਹੈ ਹੀ ਨਹੀਂ, ਮੈਨੂੰ ਨਾ ਭਗਵਾਨ ਦਿਸਦਾ ਨਾ ਮਹਿਸੂਸ ਹੁੰਦਾ ਅਤੇ ਮੈਂ ਨਾਸਤਿਕ ਸੀ ਉਸ ਟਾਈਮ ਤੇ। ਲੇਕਿਨ ਹਰ ਸਾਲ ਅਸੀਂ ਹੇਮਕੁੰਟ ਸਾਹਿਬ ਗੁਰਦੁਆਰੇ ਜਾਂਦੇ ਜ਼ਰੂਰ ਸੀ ਕਿਉਂਕਿ ਸਾਡੇ ਪਰਿਵਾਰ ਜਾਂਦਾ ਸੀ। ਅਤੇ ਹੁੰਦਾ ਨਹੀਂ ਜਿਵੇਂ ਪਿਕਨਿਕ ਵਾਸਤੇ ਚਲੋ ਇੱਕ ਵਕੇਸ਼ਨ ਹੀ ਹੈ, ਜੂਨ ਜੁਲਾਈ ਦੇ ਵਿੱਚ ਛੁੱਟੀਆਂ ਨੇ ਸਭ ਦੀ, ਚਲੋ ਜੀ ਹੇਮਕੁੰਟ ਸਾਹਿਬ ਹੀ ਚੱਲੀਏ। ਅਸੀਂ ਬੇਸ ਕੈਂਪ ਦੇ ਵਿੱਚ ਸੀਗੇ ਜਿਹਨੂੰ ਗੋਬਿੰਦ ਘਾਟ ਕਿਹਾ ਜਾਂਦਾ ਹੈ। ਬੇਸ ਕੈਂਪ ਦੇ ਵਿੱਚ ਬੈਠੇ ਹੋਏ ਮੈਂ ਆਪਣੀ ਦਾਦੀ ਮਾਂ ਨੂੰ ਇੱਕ ਗੱਲ ਪੁੱਛੀ ਕਿ ਕੀ ਅਸੀਂ ਜ਼ਿੰਦਾ ਵਾਪਸ ਜਾ ਪਾਵਾਂਗੇ। ਮੇਰੇ ਸਾਹਮਣੇ ਜਿਸ ਬਿਲਡਿੰਗ ਦੇ ਵਿੱਚ, ਜਿਸ ਹੋਟਲ ਦੇ ਵਿੱਚ ਅਸੀਂ ਰਹਿ ਰਹੇ ਸੀਗੇ, ਉਹ ਬਿਲਡਿੰਗ ਬਹਿ ਗਈ ਸੀ ਮੇਰੇ ਸਾਹਮਣੇ। ਜਿਸ ਗੱਡੀ ਦੇ ਵਿੱਚ ਅਸੀਂ ਆਏ ਸੀਗੇ ਉਹ ਗੱਡੀ ਮੇਰੇ ਸਾਹਮਣੇ ਬਹਿ ਗਈ ਸੀ। ਜਿੱਥੇ ਅਸੀਂ ਜਾਣਾ ਸੀ ਜਿਸ ਪੁਲ ਨੂੰ ਕ੍ਰੋਸ ਕਰਕੇ ਨੈਕਸਟ ਦਿਨ ਉਹ ਮੇਰੇ ਸਾਹਮਣੇ ਬਹਿ ਗਿਆ ਸੀ। ਅਤੇ ਮੈਂ ਇੱਕ ਕੁਐਸਚਨ ਪੁੱਛਿਆ ਕਿ ਅਸੀਂ ਵਾਪਸ ਜਾ ਪਾਵਾਂਗੇ ਘਰ, ਅਤੇ ਕਿਸੇ ਦੇ ਕੋਲ ਵੀ ਆਨਸਰ ਨਹੀਂ ਸੀਗਾ, ਕਿਸੇ ਦੇ ਕੋਲ ਜਵਾਬ ਨਹੀਂ ਸੀਗਾ ਉਸ ਟਾਈਮ 'ਤੇ। ਅਤੇ ਸਾਡੇ ਨਾਲ ਕਾਫੀ ਸਾਰੇ ਲੋਕ ਸੀਗੇ, ਚਾਹੇ ਉਹ ਫਾਈਨੈਂਸ਼ੀਅਲੀ ਸਟਰੋਂਗ ਵੀ ਨੇ, ਫਾਈਨੈਂਸ਼ੀਅਲੀ ਵੀਕ ਵੀ ਨੇ। ਜਿਹੜਾ ਗਰੀਬ ਹੈ ਉਹ ਵੀ ਮੇਰੇ ਨਾਲ ਸੀ, ਜਿਹੜਾ ਅਮੀਰ ਹੈ ਉਹ ਵੀ ਮੇਰੇ ਨਾਲ ਸੀ, ਜਿਹਦੇ ਕੋਲ ਪੈਸਾ ਹੈ ਉਹ ਵੀ ਨਾਲ ਹੈ, ਜਿਹਦੇ ਕੋਲ ਪੈਸਾ ਨਹੀਂ ਹੈ ਉਹ ਵੀ ਮੇਰੇ ਨਾਲ ਹੈ। ਅਤੇ ਉਸ ਟਾਈਮ ਦੇ ਵਿੱਚ ਮੈਂ ਇੱਕ ਚੀਜ਼ ਰਿਅਲਾਈਜ਼ ਕੀਤੀ ਕਿ ਪੈਸੇ ਦੀ ਜ਼ਿਆਦਾ ਵੈਲਿਊ ਨਹੀਂ ਹੈ। ਅਸੀਂ ਫਾਈਨਲੀ ਸ਼ਾਮ ਨੂੰ ਉੱਤੇ ਗਏ ਸੀਗੇ ਇੱਕ ਪਹਾੜ ਦੇ ਉੱਤੇ, ਜਿੱਥੇ ਸਾਰੇ ਕਰੀਬ 100-150 ਲੋਕ ਅਤੇ ITBP ਦੇ ਜਵਾਨ ਸਾਡੇ ਨਾਲ ਸੀਗੇ। ਸਾਡੇ ਕੋਲ ਨਾ ਖਾਣਾ ਨਾ ਪੀਣਾ, ਸਾਡੇ ਕੱਪੜੇ ਜਿਹੜੇ ਸੀਗੇ ਉਹ ਬਹਿ ਗਏ ਸੀ, ਸਾਡੇ ਸੂਟ ਕੇਸਿਸ ਪਾਣੀ ਦੇ ਵਿੱਚ ਰੁੜ ਗਏ ਸੀ। ਜਿਸ ਪੁਲ ਨੂੰ ਅਸੀਂ ਕ੍ਰੋਸ ਕਰਨਾ ਸੀ ਉਹ ਪੁਲ ਸਾਡੇ ਸਾਹਮਣੇ ਬਹਿ ਗਿਆ ਸੀ। ਮੇਰੇ ਸਾਹਮਣੇ ਗੁਰਦੁਆਰੇ ਦਾ ਜਿਹੜਾ ਲੰਗਰ ਹਾਲ ਸੀਗਾ ਗੋਬਿੰਦ ਘਾਟ ਦੇ ਵਿੱਚ, ਉਹਦੀ ਦੀਵਾਰ ਟੁੱਟ ਕੇ ਜਿਹੜੇ ਭਰੇ ਹੋਏ ਪਤੀਲੇ 150 ਕਿਲੋ ਦੇ ਪਤੀਲੇ ਹੁੰਦੇ ਸੀਗੇ ਉਹ ਦਾਲ ਦੀ ਸਬਜ਼ੀਆਂ ਮੇਰੇ ਸਾਹਮਣੇ ਮੈਨੂੰ ਵਿਖ ਰਹੀ ਸੀਗੀ, ਨਦੀ ਦੇ ਵਿੱਚ ਬਹਿ ਕੇ ਜਾ ਰਹੀ ਹੈ। ਅਤੇ ਇਹ ਦਿਨ ਮੈਂ ਕਦੀ ਨਹੀਂ ਭੁੱਲਾਂਗਾ। ਅਸੀਂ ਵੇਟ ਕਰਕੇ ਮੇਰੇ ਉਸ ਟਾਈਮ 'ਤੇ ਮੇਰੇ ਮਨ ਦੇ ਵਿੱਚ ਜਿਹੜੀ ਬਾਰਡਰ ਮੂਵੀ ਹੈ, ਮੈਨੂੰ ਯਾਦ ਹੈ ਜੈਕੀ ਸ਼ਰੋਫ ਵੇਟ ਕਰਦਾ ਕਿ ਕਦ ਸਵੇਰ ਹੋਏ, ਕਦ ਮੈਨੂੰ ਸੂਰਜ ਦੀ ਪਹਿਲੀ ਕਿਰਨ ਵਿਖੇ ਅਤੇ ਮੈਂ ਜਾਵਾਂਗਾ। ਅਤੇ ਮੇਰੇ ਦਿਮਾਗ ਦੇ ਵਿੱਚ ਵੀ ਸੇਮ ਚੀਜ਼ ਚੱਲ ਰਹੀ ਸੀ, ਕਦ ਪਹਿਲੀ ਸੂਰਜ ਦੀ ਕਿਰਨ ਸਵੇਰ ਨੂੰ ਤੜ ਕੇ ਅੰਮ੍ਰਿਤ ਵੇਲੇ ਮੈਨੂੰ ਦਿਖੇ ਤਦ ਅਸੀਂ ਜਾਵਾਂਗੇ। ਬਿਕੋਜ਼ ਸੇਫ ਨਹੀਂ ਹੁੰਦਾ ਲੇਡੀਜ਼ ਦੇ ਨਾਲ ਰਾਤ ਨੂੰ ਟਰੈਵਲ ਕਰਨਾ। ਕਰੀਬ 4:30 ਵਜੇ ਦੇ ਲਾਗੇ ਅਸੀਂ ਤੁਰੇ ਉੱਤੇ ਪਹਾੜ ਨੂੰ ਜਾਣ ਵੱਲ, ਬਿਕੋਜ਼ ਨਦੀ ਦਾ ਭਾਵ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ ਸੀ। ਜਿੱਦਾਂ ਨਦੀ ਦਾ ਲੈਵਲ ਇਨਕਰੀਜ਼ ਹੋ ਰਿਹਾ ਸੀ ਅਸੀਂ ਉੱਤੇ ਜਾ ਕੇ ਪਹਾੜ ਦੇ ਵਿੱਚ ਵੇਟ ਕੀਤਾ, ਜਿੱਥੇ 150 ITBP ਦੇ ਜਵਾਨ ਸਾਡੇ ਨਾਲ ਸੀਗੇ। ਬਟ ਸਾਡੇ ਕੋਲ ਖਾਣਾ ਪੀਣਾ ਕੁਛ ਨਹੀਂ ਸੀ। ਦਿਨ ਦੇ ਵਿੱਚ ਇੱਕ ਵਾਰੀ ਹੈਲੀਕਾਪਟਰ ਆਉਂਦਾ ਸੀ ਆਰਮੀ ਦਾ, ਅਤੇ ਉੱਪਰੋਂ ਮੀਲ ਸੁੱਟਦਾ ਸੀ, ਉੱਪਰੋਂ ਖਾਣੇ ਦੇ ਪੈਕਟ ਹੁੰਦੇ ਸੀ, ਉਹ 에ਅਰ ਡਰੋਪ ਕਰਦੇ ਸੀਗੇ। ਅਤੇ 10 ਬੰਦਿਆਂ ਨੂੰ ਇੱਕ ਪੈਕਟ ਮਿਲਦਾ ਸੀ ਜਿਹਦੇ ਵਿੱਚ 2 ਪੂੜੀ ਅਤੇ ਕਾਲੇ ਚਣੇ ਹੁੰਦੇ ਸੀ। ਹੁਣ ਤੁਸੀਂ ਖੁਦ ਸੋਚੋ ਕਿ 10 ਲੋਕ ਕਿਵੇਂ ਗੁਜ਼ਾਰਾ ਕਰਨਗੇ 2 ਪੂੜੀ ਦੇ ਨਾਲ ਅਤੇ ਮਾੜੇ ਜਿਹੇ ਛੋਲਿਆਂ ਦੇ ਨਾਲ। ਅਸੀਂ 2 ਪਹਾੜ ਕ੍ਰੋਸ ਕੀਤੇ ਸੀਗੇ। ਆਰਮੀ ਨੇ ਰੱਸੀਆਂ ਲਾਈ ਸੀਗੀ ਉੱਤੇ, ਰੱਸੀਆਂ ਨੂੰ ਕ੍ਰੋਸ ਕਰਕੇ ਜਿੰਨਾ ਸਾਡੇ ਕੋਲ ਵੇਟ ਸੀਗਾ, ਬਿਕੋਜ਼ ਠੰਡ ਬਹੁਤ ਸੀ, ਅਸੀਂ ਆਪਣੀ ਜੈਕਟਾਂ ਵੀ ਲਾਈ, ਆਪਣੇ ਜੋੜੇ ਲਾਏ ਤਾਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪਹਾੜ ਚੜ੍ਹ ਕੇ ਕ੍ਰੋਸ ਕਰ ਲਈਏ। ਬਿਕੋਜ਼ ਰੋਡਾਂ ਟੁੱਟ ਗਈ ਸੀ, ਜਿਹੜੀ ਸੜਕਾਂ ਸੀ ਉਹ ਟੁੱਟ ਗਈ ਸੀ। ਅਤੇ ਅਸੀਂ 2 ਪਹਾੜ ਕ੍ਰੋਸ ਕੀਤੇ ਸੀਗੇ। ਮੇਰੇ ਨਾਲ ਮੇਰੇ ਦਾਦੀ ਮਾਂ, ਮੇਰੇ ਪਿਤਾ ਜੀ ਅਤੇ ਮੇਰੀ ਮਾਤਾ ਵੀ ਨਾਲ ਸੀ। ਅਤੇ ਅਸੀਂ ਪਹਿਲਾਂ ਆਪਣੀ ਸ਼ਾਲ ਲਾਈ, ਉਹਦੇ ਬਾਅਦ ਆਪਣੇ ਜੈਕਟਾਂ, ਉਹਦੇ ਬਾਅਦ ਆਪਣੇ ਬੂਟ, ਤਾਂ ਕਿ ਸਾਡਾ ਜਿਹੜਾ ਬੋਡੀ ਵੇਟ ਹੈ ਉਹ ਘੱਟ ਹੋ ਜਾਏ। 5 ਘੰਟੇ ਸਾਨੂੰ ਲੱਗੇ 2 ਪਹਾੜ ਕ੍ਰੋਸ ਕਰਨ ਨੂੰ। ਉਹਦੇ ਬਾਅਦ
ਆਰਮੀ ਦੇ ਹੀ ਟਰੱਕਸ ਦੇ ਵਿੱਚ ਬਹਿ ਕੇ ਅਸੀਂ ਜੋਸ਼ੀਮਠ ਬੇਸ ਕੈਂਪ ਪਹੁੰਚੇ, ਜਿਹੜਾ ਆਰਮੀ ਦਾ ਹੈ। ਉੱਥੇ ਅਸੀਂ 3 ਦਿਨ ਰੁਕੇ ਸੀਗੇ ਜਦ ਤੱਕ ਸਾਡੇ ਵਾਸਤੇ ਟਰਾਂਸਪੋਰਟ ਨਹੀਂ ਅਰੇਂਜ ਹੁੰਦਾ ਦਿੱਲੀ ਜਾਣ ਵਾਸਤੇ। ਉੱਥੇ ਹੁਣ ਰਾਤ ਕੱਟਣੀ ਸੀ, ਅਸੀਂ ਠੰਡ ਬਹੁਤ ਜ਼ਿਆਦਾ, ਕੱਪੜੇ ਸਾਡੇ ਕੋਲ ਹੈ ਨਹੀਂ, ਗਿੱਲੇ ਕੱਪੜੇ, ਅਤੇ ਆਰਮੀ ਨੇ ਇੱਕ ਸਲੀਪਿੰਗ ਬੈਗ ਦਿੱਤਾ 3 ਬੰਦਿਆਂ ਨੂੰ। ਅਤੇ ਮੈਨੂੰ ਯਾਦ ਹੈ ਕਿ ਇੱਕ ਸਲੀਪਿੰਗ ਬੈਗ ਦੇ ਵਿੱਚ ਅਸੀਂ 3 ਲੋਕ ਹੀ ਸ਼ੇਅਰ ਕਰਦੇ ਸੀਗੇ ਤਾਂ ਕਿ ਅਸੀਂ ਰਾਤ ਕੱਟ ਲਈਏ। ਜਾਂ ਫਿਰ ਦੂਜਾ ਆਪਸ਼ਨ ਸਾਡੇ ਕੋਲ ਇਹ ਹੁੰਦਾ ਸੀ, ਜਿਹੜੀ ਮੈਂ ਦੂਜੀ ਰਾਤ ਕੱਟੀ ਜੋਸ਼ੀਮਠ ਬੇਸ ਕੈਂਪ ਦੇ ਉੱਤੇ, ਕਿ 3 ਘੰਟੇ ਇੱਕ ਵਿਅਕਤੀ ਸੋਵੇਗਾ ਅਤੇ ਦੂਜਾ ਬੰਦਾ 3 ਘੰਟੇ ਬਾਅਦ ਸਲੀਪਿੰਗ ਬੈਗ ਦੇ ਵਿੱਚ ਸੋਏਗਾ, ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਅਤੇ ਬਿਨਾਂ ਸਲੀਪਿੰਗ ਬੈਗ 'ਤੇ ਗੁਜ਼ਾਰਾ ਨਹੀਂ ਹੁੰਦਾ ਸੀ। ਕਰੀਬ 7 ਦਿਨ ਲਾ ਕੇ ਅਸੀਂ ਵਾਪਸ ਦਿੱਲੀ ਪਹੁੰਚੇ। ਨਾ ਮੈਂ ਨਿਊਜ਼ ਵੇਖੀ, ਨਾ ਮੈਂ ਮੀਡੀਆ ਵੇਖਿਆ, ਬਿਕੋਜ਼ ਮੈਂਟਲੀ ਮੇਰੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪਿਆ ਅਤੇ ਕਾਫੀ ਟਰਾਮਾਟਾਈਜ਼ਿੰਗ ਸੀਗਾ ਇਹ ਹਫ਼ਤਾ, ਜਿਹੜਾ ਪੂਰਾ 2013 ਦੇ ਵਿੱਚ ਜੂਨ 16 ਤੋਂ ਲੈ ਕੇ ਜੂਨ 21 ਮੈਂ ਕਦੀ ਨਹੀਂ ਭੁੱਲਾਂਗਾ, ਬਿਕੋਜ਼ ਇਸੇ ਹਫ਼ਤੇ ਦੇ ਵਿੱਚ ਮੇਰੀ ਪੂਰੀ ਲਾਈਫ ਦਾ ਪਰਸਪੈਕਟਿਵ ਚੇਂਜ ਹੋ ਗਿਆ ਸੀ। ਦਿੱਲੀ ਜਦ ਮੈਂ ਘਰ ਪਹੁੰਚਿਆ ਅਤੇ ਇੱਕ ਹਫ਼ਤਾ ਮੈਂ TV ਨੂੰ ਹੱਥ ਨਹੀਂ ਲਾਇਆ, ਬਿਕੋਜ਼ ਟਰਾਮਾਟਾਈਜ਼ਿੰਗ ਐਕਸਪੀਰੀਅੰਸ ਕਾਫੀ ਜ਼ਿਆਦਾ ਸੀ। ਬਟ ਛੋਟੇ ਚੇਂਜਸ ਮੇਰੇ ਲਾਈਫ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀਗੇ। ਜਿਵੇਂ ਪਹਿਲੇ ਮੈਂ ਦਾਲ ਰੋਟੀ ਨਹੀਂ ਖਾਂਦਾ ਸੀ, ਮੈਨੂੰ ਪੀਜ਼ਾ ਬਰਗਰ ਦਾ ਕਾਫੀ ਸ਼ੌਕ ਹੁੰਦਾ ਸੀ, ਬਟ ਚਾਹੇ ਉਹ ਦਾਲ ਰੋਟੀ ਵੀ ਖਾਣੀ, ਉਹਦੀ ਵੀ ਬਹੁਤ ਜ਼ਿਆਦਾ ਵੈਲਿਊ, ਬਿਕੋਜ਼ ਉਸ ਇੱਕ ਹਫ਼ਤੇ ਮੈਨੂੰ ਖਾਣਾ ਨਹੀਂ ਨਸੀਬ ਹੋਇਆ ਸੀ। ਅਤੇ ਬੰਦਾ ਜਿੰਨਾ ਵੀ ਨਾਸਤਿਕ ਹੋਏ ਨਾ, ਜਦੋਂ ਉਹਨੂੰ ਮੌਤ ਦਿਖਦੀ ਹੈ ਸਾਹਮਣੇ, ਉਹਨੂੰ ਕहीं ਨਾ ਕहीं ਇੱਕ ਉਮੀਦ ਦੀ ਕਿਰਨ ਜਾਗ ਜਾਂਦੀ ਕਿ ਜਿਹੜਾ ਮੈਨੂੰ ਕੋਈ ਹੱਥ ਫੜ ਕੇ ਮੇਰਾ ਲਾਇਆ, ਉਹ ਕੌਣ ਸੀ? ਉਹ ਗੁਰੂ ਨਾਨਕ ਹੀ ਸੀ ਮੇਰੇ ਵਾਸਤੇ, ਉਹ ਗੁਰੂ ਗੋਬਿੰਦ ਸਿੰਘ ਹੀ ਸੀ ਮੇਰੇ ਵਾਸਤੇ। ਬਿਕੋਜ਼ ਚਾਹੇ ਜਿੰਨਾ ਮਰਜ਼ੀ ਤੁਸੀਂ ਨਾਸਤਿਕ ਹੋ ਜਾਓ, ਜਦ ਮੌਤ ਤੁਸੀਂ ਬਾਹਰ ਆਉਂਦੇ ਹੋ ਤੁਹਾਨੂੰ ਪਤਾ ਉਹ ਰੱਬ ਹੀ ਸੀ, ਹੋਰ ਕੋਈ ਨਹੀਂ ਸੀ। ਕਾਫੀ ਇੰਪੈਕਟ ਹੋਇਆ। ਵਾਪਸ 20 ਦਿਨਾਂ ਬਾਅਦ ਮੈਂ ਵਾਪਸ ਉੱਤਰਾਖੰਡ ਗਿਆ ਵੇਖਣ ਵਾਸਤੇ ਕਿ ਜਿਸ ਮੌਤ ਦੇ ਜੰਗਲ ਤੋਂ ਮੈਂ ਨਿਕਲ ਕੇ ਆਇਆ, ਉੱਥੇ ਚੱਲ ਕੀ ਰਿਹਾ ਐਗਜ਼ੈਕਟਲੀ। ਜਦ ਅਸੀਂ ਪਹੁੰਚੇ ਉੱਥੇ ਤਾਂ ਲੋਕਲਾਂ ਦਾ ਕਾਫੀ ਪ੍ਰਭਾਵ ਸੀਗਾ। ਉਹ ਪੁੱਛਦੇ ਸੀਗੇ ਕਿ ਤੁਸੀਂ ਮਨਮੋਹਨ ਸਿੰਘ ਨੇ ਭੇਜਿਆ ਤੁਹਾਨੂੰ, ਬਿਕੋਜ਼ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਹੁੰਦੇ ਸੀਗੇ। ਅਤੇ ਲੋਕਾਂ ਦੇ ਵਿੱਚ ਕੋਈ ਇੱਕ ਉਮੀਦ ਦੀ ਕਿਰਨ ਸੀ ਕਿ ਕੋਈ ਸਾਡੇ ਵਾਸਤੇ ਆਇਆ ਇੱਥੇ ਸਾਨੂੰ ਬਚਾਉਣ ਵਾਸਤੇ। ਬਟ ਅਸੀਂ ਖਾਲੀ ਪਾਣੀ ਦੀ ਬੋਤਲਾਂ ਲੈ ਕਰ ਗਏ ਸੀਗੇ ਉੱਥੇ, ਬਟ ਅਸੀਂ ਇੰਪੈਕਟ ਵੇਖਿਆ, ਡੈਮੇਜ ਵੇਖਿਆ ਉੱਥੇ ਕਿ ਲੋਕਾਂ ਦੇ ਕੋਲ ਘਰ ਨਹੀਂ ਹੁਣ ਰਹਿਣ ਵਾਸਤੇ। ਜਿਹੜਾ ਨਦੀ ਦੀ ਡਾਇਰੈਕਸ਼ਨ ਹੈ ਉਹ ਪੂਰੀ ਚੇਂਜ ਹੋ ਗਈ ਹੈ। ਅਤੇ ਹੁਣ ਅਸੀਂ ਕੀ ਕਰੀਏ? ਉਸ ਦਿਨ ਅਸੀਂ ਇਹ ਠਾਣ ਲਿਆ ਕਿ ਮੈਂ ਅਤੇ ਮੇਰੇ ਪਿਤਾ ਜੀ ਕਿ ਹੁਣ ਅਸੀਂ ਸੇਵਾ ਕਰਨੀ ਹੈ। ਉਸ ਦਿਨ ਹੇਮਕੁੰਟ ਫਾਊਂਡੇਸ਼ਨ ਦਾ ਵੀ ਰੀਬਰਥ ਹੋਇਆ ਅਤੇ ਹਰਤੀਰਥ ਸਿੰਘ ਦਾ ਵੀ ਰੀਬਰਥ ਹੋਇਆ ਕਿ ਇੱਕ ਨਾਸਤਿਕ ਹਰਤੀਰਥ ਸਿੰਘ ਤੋਂ ਹੁਣ ਕहीं ਨਾ ਕहीं ਇੱਕ ਉਮੀਦ ਦੀ ਕਿਰਨ ਮਿਲ ਗਈ ਹੈ ਕਿ ਜਿਹੜਾ ਕੋਈ ਲੋਕਾਂ ਦੀ ਸੁਣਦਾ ਹੈ ਉਹ ਗੁਰੂ ਨਾਨਕ ਹੀ ਬੈਠਾ ਉੱਤੇ, ਕਿ ਜਿਹੜੀ ਵੀ ਸੇਵਾ ਹੋ ਰਹੀ ਹੈ ਉਹ ਮੇਰੇ ਥਰੂ ਨਹੀਂ ਹੋ ਰਹੀ, ਗੁਰੂ ਨਾਨਕ ਕਰਾ ਰਿਹਾ ਖੁਦ ਸਾਡੀ ਬਾਹ ਪਕੜ ਕੇ। ਅਤੇ ਇਹ ਮੇਰੇ ਲਾਈਫ ਦਾ ਕਾਫੀ ਚੇਂਜਿੰਗ ਪੁਆਇੰਟ ਆਇਆ। ਜੇ ਮੈਂ ਗੱਲ ਕਰਾਂ ਹੇਮਕੁੰਟ ਫਾਊਂਡੇਸ਼ਨ ਬਾਰੇ, ਤਾਂ ਸਾਨੂੰ ਐਗਜ਼ੈਕਟਲੀ 11 ਸਾਲ ਹੋ ਗਏ ਨੇ। ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਕੰਮ ਕਰ ਰਹੇ ਹਾਂ। ਬਟ 3 ਮੇਨ ਸਾਡੇ ਫੋਕਸ ਏਰੀਆਜ਼ ਨੇ। ਜਿੱਥੇ ਵੀ ਕੋਈ ਤਰਾਸਦੀ ਆਉਂਦੀ, ਚਾਹੇ ਉਹ ਭੂਚਾਲ ਹੋਏ, ਅਰਥਕਵੇਕ ਹੋਏ, ਕੋਈ ਵੀ ਜਿੱਥੇ ਦਿੱਕਤ ਆਉਂਦੀ ਹੈ, ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਪਹੁੰਚ ਕੇ ਲੋਕਾਂ ਦੀ ਮਦਦ ਕਰਨ ਵਾਸਤੇ, ਇਨਸਾਨੀਅਤ ਦੀ ਮਦਦ ਕਰਨ ਵਾਸਤੇ। ਨਾ ਉਹਦਾ ਧਰਮ ਵੇਖਣਾ ਅਸੀਂ, ਨਾ ਉਹਦਾ ਜੈਂਡਰ ਵੇਖਣਾ, ਨਾ ਉਹਦੀ ਜਾਤ ਪਾਤ ਵੇਖਣੀ ਹੈ, ਨਾ ਉਹਦਾ ਪੋਲੀਟੀਕਲ ਬੈਕਗਰਾਊਂਡ ਵੇਖਣਾ ਸੀ। ਸਾਨੂੰ ਮਤਲਬ ਹੈ ਕਿ ਉਹ ਇਨਸਾਨ ਹੈ, ਉਹਨੂੰ ਭੁੱਖ ਲੱਗੀ ਹੈ ਅਤੇ ਅਸੀਂ ਉਹਦਾ ਪੇਟ ਭਰਨਾ ਹੈ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਏ। ਦੂਜਾ ਅਸੀਂ ਫੋਕਸ ਕਰਦੇ ਐਜੂਕੇਸ਼ਨ ਉੱਤੇ। ਜਦ ਵੀ ਮੈਂ ਪੰਜਾਬ ਜਾਂਦਾ ਮੈਂ ਵੇਖਦਾ ਕਿ ਜਿੰਨੇ ਵੀ ਸਾਡੇ ਬੱਚੇ ਨੇ ਉੱਥੇ ਐਜੂਕੇਸ਼ਨ ਦੀ ਬਹੁਤ ਘਾਟ ਹੈ ਉੱਥੇ। ਨਾ ਵਧੀਆ ਸਕੂਲ ਹੈ, ਨਾ ਉੱਥੇ ਵਧੀਆ ਟੀਚਰਸ ਨੇ, ਸਾਰੀ ਕਮੀ ਹੈ ਉੱਥੇ। ਅਤੇ ਅਸੀਂ ਵੇਖਿਆ ਦਿੱਲੀ ਦੇ ਵਿੱਚ ਵੱਡੇ ਸਕੂਲ ਨੇ, ਬਟ ਪੰਜਾਬ ਦੇ ਵਿੱਚ ਮੈਂ ਇੱਕ ਵੀ ਅੱਜ ਤੱਕ ਵਧੀਆ ਸਕੂਲ ਨਹੀਂ ਵੇਖਿਆ। ਅਤੇ ਤੀਜਾ ਸਾਡਾ ਜਿਹੜਾ ਫੋਕਸ ਏਰੀਆ ਹੈ ਉਹ ਹੈਗਾ ਹੈਲਥ ਕੇਅਰ। ਕਿ ਕਿਸੇ ਦੀ ਵੀ ਮਦਦ ਕਰਨੀ ਹੈ, ਚਾਹੇ ਉਹ ਇੰਡੀਆ ਪਾਕਿਸਤਾਨ ਬਾਰਡਰ ਦੇ ਕੋਲ ਰਹਿੰਦਾ, ਫਿਰੋਜ਼ਪੁਰ ਦੇ ਵਿੱਚ। ਮੈਂ ਹੁਣੇ ਫਿਰੋਜ਼ਪੁਰ ਦੇ ਕੋਲੋਂ ਆ ਰਿਹਾ ਅਤੇ ਉੱਥੇ 40 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਇੱਕ ਵੀ ਹਸਪਤਾਲ ਨਹੀਂ ਹੈ। ਅਸੀਂ ਉਹਨਾਂ ਦੀ ਮਦਦ ਕਰਨੀ ਜਿਨ੍ਹਾਂ ਦੇ ਕੋਲ ਕੋਈ ਸਹੂਲੀਅਤ ਨਹੀਂ ਹੈ, ਜਿਨ੍ਹਾਂ ਦੇ ਕੋਈ ਆਸਰਾ ਨਹੀਂ ਹੈ, ਜਿਨ੍ਹਾਂ ਦੇ ਕੋਈ ਬਾਹ ਪਕੜਨ ਵਾਲਾ ਨਹੀਂ ਹੈ। ਜਿਨ੍ਹਾਂ ਦੀ ਕੋਈ ਨਹੀਂ ਸੁਣਦਾ, ਉਹਨਾਂ ਦੀ ਉੱਪਰ ਵਾਲਾ ਤਾਂ ਸੁਣੂਗਾ ਹੀ ਜ਼ਰੂਰ। ਅਤੇ ਅਸੀਂ ਇਨ ਏਰੀਆਜ਼ ਦੇ ਵਿੱਚ ਕੰਮ ਕਰਦੇ ਹਾਂ, ਐਜੂਕੇਸ਼ਨ, ਹੈਲਥ ਕੇਅਰ ਐਂਡ ਡਿਜ਼ਾਸਟਰ ਮੈਨੇਜਮੈਂਟ। ਕੋਵਿਡ ਦੇ ਦੌਰਾਨ ਅਸੀਂ 21 ਸਟੇਟਾਂ ਦੇ ਵਿੱਚ ਕੰਮ ਕੀਤਾ, ਜਿੱਥੇ ਅਸੀਂ ਆਕਸੀਜਨ, ਖਾਣਾ, ਆਕਸੀਜਨ ਸਿਲੰਡਰ, ਕੌਨਸਨਟ੍ਰੇਟਰ, ਫ੍ਰੀ ਦੇ ਵਿੱਚ ਐਂਬੂਲੈਂਸ ਸਰਵਿਸਿਜ਼, RT-PCR ਟੈਸਟਿੰਗ। ਉਹਦੇ ਬਾਅਦ ਜਿੱਥੇ ਕੋਈ ਪਹੁੰਚਣ ਦੀ ਨਹੀਂ ਸੋਚਦਾ, ਅਸੀਂ ਇੰਡੀਅਨ 에ਅਰਫੋਰਸ ਦੇ ਨਾਲ ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਦੇ ਵਿੱਚ 에ਅਰ ਡ੍ਰੌਪ ਕਰਕੇ ਦਵਾਈਆਂ ਪਹੁੰਚਾਈਆਂ। ਉੱਤਰਾਖੰਡ ਦੇ ਡਿਸਟ੍ਰਿਕਟ ਜਿਹੜੇ ਨੇਪਾਲ ਬਾਰਡਰ ਦੇ ਕੋਲ ਨੇ, ਖਟੀਮਾ ਡਿਸਟ੍ਰਿਕਟ, ਉੱਥੇ ਰੋਡ ਨਹੀਂ ਹੈ। ਅਸੀਂ ਪੈਦਲ ਆਪਣੇ ਮੋਢੇ ਦੇ ਉੱਤੇ ਦਵਾਈਆਂ ਚੁੱਕ ਕੇ, ਆਕਸੀਜਨ ਸਿਲੰਡਰਾਂ ਚੁੱਕ ਕੇ ਅਸੀਂ ਲੋਕਾਂ ਦੇ ਘਰ ਦੇ ਵਿੱਚ ਦਿੱਤੇ। ਬਿਕੋਜ਼ ਜਿੱਥੇ ਕੋਈ ਨਹੀਂ, ਅਸੀਂ ਉੱਥੇ ਕੰਮ ਕਰਨਾ। ਗੁਰੂ ਨਾਨਕ ਨੇ ਆਪਣੇ ਘਰ ਦੇ ਬਾਹਰ ਲੰਗਰ ਨਹੀਂ ਲਾਇਆ, ਉਹਨਾਂ ਨੇ ਲੰਗਰ ਲਾਇਆ ਭੁੱਖੇ ਸਾਧੂਆਂ ਦੇ ਕੋਲ। ਉਹ ਆਪਣੇ ਘਰ ਦੇ ਬਾਹਰ ਵੀ ਲਾ ਸਕਦੇ ਸੀਗੇ, ਬਟ ਨਹੀਂ, ਉਹਨਾਂ ਦੀ ਵਿਜ਼ਨ ਸੀਗੀ ਕਿ ਮੈਂ ਮਦਦ ਹੀ ਉਹਦੀ ਕਰਨੀ ਹੈ ਜਿਹਨੂੰ ਐਕਚੁਅਲ ਦੇ ਵਿੱਚ ਲੋੜ ਹੈ। ਬਿਕੋਜ਼
ਗੁਰਬਾਣੀ ਦੇ ਵਿੱਚ ਇੱਕ ਲਾਈਨ ਆਉਂਦੀ ਹੈ, ਅਕਲੀ ਕੀਚੈ ਦਾਨ, ਕਿ ਜਿਹੜੇ ਤੁਸੀਂ ਦਾਨ ਵੀ ਕਰਨਾ ਉਹ ਵੀ ਅਕਲ ਦੇ ਨਾਲ ਕਰਿਓ, ਆਪਣਾ ਦਿਮਾਗ ਯੂਜ਼ ਕਰਕੇ ਦਾਨ ਕਰੋ। ਕੋਵਿਡ ਦੀ ਦੂਜੀ ਵੇਵ ਦੇ ਦੌਰਾਨ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਖਾਲੀ 10 ਟੀਮ ਮੈਂਬਰ ਸੀਗੇ, ਮੈਨੂੰ ਯਾਦ ਹੈ। ਅਸੀਂ ਆਪਣੇ ਆਫਿਸ ਦੇ ਬਾਹਰ ਹੀ ਆਕਸੀਜਨ ਦਾ ਲੰਗਰ ਲਾਇਆ, ਆਕਸੀਜਨ ਸਿਲੰਡਰ ਦਾ, ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਡੇ ਕੋਲ 150 ਲੋਕਾਂ ਦੀ ਟੀਮ ਸੀ। ਕੁਛ ਵੀ, ਕੋਈ ਵੀ ਸੇਵਾ ਦਾ ਪ੍ਰੋਜੈਕਟ ਹੋਏ ਜਾਂ ਕੋਈ ਵੀ ਜ਼ਿੰਦਗੀ ਦੇ ਵਿੱਚ ਪ੍ਰੋਜੈਕਟ ਹੋਏ, ਉਹ ਇਨਸਾਨ ਇਕੱਲਾ ਨਹੀਂ ਕਰ ਸਕਦਾ, ਉਹਦੇ ਨਾਲ ਇੱਕ ਟੀਮ ਹੋਣੀ ਬਹੁਤ ਜ਼ਰੂਰੀ ਹੈ। ਅਤੇ ਕੰਮ ਚੜ੍ਹਦੀ ਕਲਾ ਦੇ ਵਿੱਚ ਤਾਂ ਹੀ ਹੁੰਦਾ ਜਦ ਤੁਹਾਡੇ ਨਾਲ ਇੱਕ ਵਧੀਆ ਟੀਮ ਹੋ, ਅਤੇ ਹੁੰਗਾਰਾ ਵੀ ਤਾਂ ਹੀ ਮਿਲੇਗਾ ਤੁਹਾਨੂੰ। ਇੱਕ ਸਿਟੀ ਗੁੜਗਾਉਂ ਤੋਂ ਸ਼ੁਰੂ ਕਰਕੇ ਅਸੀਂ 21 ਸਟੇਟਾਂ ਦੇ ਵਿੱਚ ਕਿਵੇਂ ਪਹੁੰਚੇ, ਬਿਕੋਜ਼ ਸਾਡੇ ਕੋਲ ਲੋਕਾਂ ਦਾ ਸਪੋਰਟ ਸੀ। ਮੈਨੂੰ ਪਹਿਲਾਂ ਲੱਗਦਾ ਸੀ ਕਿ 5 ਲੋਕ 10 ਲੋਕ ਇਕੱਠੇ ਕੀ ਕਰ ਲੈਣਗੇ, ਕੁਝ ਪੋਸੀਬਲ ਹੀ ਨਹੀਂ ਹੈ। ਬਟ ਜਦ ਇੱਕ ਪੂਰੀ ਮੁੱਠੀ ਬਣਦੀ ਹੈ ਨਾ, ਜਦ 5 ਉਂਗਲੀਆਂ ਨਾਲ ਆਉਂਦੀ ਹੈ, ਤਦ ਸਾਨੂੰ ਰਿਅਲਾਈਜ਼ ਹੁੰਦਾ ਕਿ ਟੀਮ ਵਰਕ ਦੇ ਵਿੱਚ ਕਿੰਨੀ ਤਾਕਤ ਹੈ। ਅਤੇ ਸਾਡੇ ਨਾਲ ਬਹੁਤ ਤਰੀਕੇ ਦੇ ਲੋਕ ਜੁੜੇ। ਮੈਨੂੰ ਯਾਦ ਹੈ ਸਾਡੇ ਗੁੜਗਾਉਂ ਆਕਸੀਜਨ ਸੈਂਟਰ ਦੇ ਵਿੱਚ ਇੱਕ ਕੋਵਿਡ ਪੇਸ਼ੈਂਟ ਸੀਗਾ ਜਿਹੜਾ ਆਟੋ ਚਲਾਉਂਦਾ ਸੀ। ਉਹ ਸਾਡੇ ਨਾਲ ਆਇਆ ਪੇਸ਼ੈਂਟ ਬਣ ਕੇ ਸੀ। 7 ਦਿਨ ਉਹਦੇ ਟਰੀਟਮੈਂਟ ਚੱਲਿਆ। ਉਹਦੇ ਬਾਅਦ ਜਦੋਂ ਗਿਆ ਅਤੇ ਉਹ ਇੱਕ ਹਫ਼ਤੇ ਬਾਅਦ ਵਾਪਸ ਆਪਣੇ ਪਰਿਵਾਰ ਦੇ ਨਾਲ ਆਇਆ, ਇੱਕ ਮਿਠਾਈ ਦਾ ਡੱਬਾ ਲਾ ਕੇ, ਅਤੇ ਨਾਲ ਵੋਲੰਟੀਅਰਸ ਵਾਸਤੇ ਪਾਣੀ। ਉਹਨੇ ਰਿਅਲਾਈਜ਼ ਕੀਤਾ ਕਿ ਜਿਹੜੇ ਸਾਡੇ ਵੋਲੰਟੀਅਰਸ ਨੇ ਉਹਨਾਂ ਦੇ ਕੋਲ ਡਿਸਪੈਂਸਰ ਤੱਕ ਜਾਣ ਦਾ ਟਾਈਮ ਨਹੀਂ ਹੈ, ਇਸ ਲਈ ਉਹਨੇ ਇੱਕ ਗੈਪ ਲੱਭਿਆ ਕਿ ਮੈਂ ਇਹਨਾਂ ਦੇ ਵਾਸਤੇ ਪਾਣੀ ਦੀ ਬੋਤਲਾਂ ਲਾਵਾਂਗਾ। ਅਤੇ ਜਦ ਇੱਕ ਆਟੋ ਵਾਲਾ ਵੀ ਤੁਹਾਡੇ ਨਾਲ ਹੈ, ਤੁਹਾਡੇ ਨਾਲ ਮਿਸ ਇੰਡੀਆ ਵੀ ਹੈ, ਤੁਹਾਡੇ ਨਾਲ ਕ੍ਰਿਕਟਰਸ ਵੀ ਨੇ, ਤੁਹਾਡੇ ਨਾਲ ਬਾਲੀਵੁੱਡ ਵੀ, ਬਟ ਸਭ ਤੋਂ ਜਿਹੜੇ ਸਾਡੇ ਇੰਪੋਰਟੈਂਟ ਪਿਲਰ ਨੇ ਉਹ ਆਮ ਆਦਮੀ ਹੈ। ਸਾਨੂੰ ਲੱਗਦਾ ਆਮ ਆਦਮੀ ਕੁਛ ਨਹੀਂ ਕਰ ਸਕਦਾ, ਬਟ ਜਦ ਆਮ ਆਦਮੀ ਕੋਈ ਚੀਜ਼ ਠਾਣ ਲੈਂਦਾ ਹੈ ਅਤੇ ਮੇਰੀ ਗੱਲ ਸੱਚ ਕਰਕੇ ਮਾਨਿਓ ਕਿ ਬਹੁਤ ਕੁਝ ਹੋ ਸਕਦਾ। 21 ਸਟੇਟਾਂ ਦੇ ਵਿੱਚ ਜਦ ਅਸੀਂ ਆਕਸੀਜਨ ਪਹੁੰਚਾਈਆਂ, ਉਹ ਸਾਰੇ ਆਮ ਲੋਕ ਹੀ ਸੀਗੇ ਸਾਡੇ ਨਾਲ। ਉਹਦੇ ਵਿੱਚ ਕੋਈ ਇਨਫਲੂਐਂਸ਼ੀਅਲ ਆਦਮੀ ਨਹੀਂ ਸੀਗਾ। ਸਪੋਰਟ ਹਰ ਕੋਈ ਕਰਦਾ ਹੈ, ਬਟ ਜਿਹੜਾ ਗਰਾਊਂਡ 'ਤੇ ਕੰਮ ਕਰੂਗਾ ਆਮ ਆਦਮੀ ਹੀ ਹੋਏਗਾ। ਮੈਨੂੰ ਅੱਜ ਵੀ ਯਾਦ ਹੈ, ਸਾਡੇ ਆਕਸੀਜਨ ਸੈਂਟਰ ਇੱਕ ਪ੍ਰੈਗਨੈਂਟ ਲੇਡੀ ਆਈ ਸੀਗੀ। ਐਥੀਕਲੀ ਸਾਡਾ ਕੰਮ ਖਾਲੀ ਆਕਸੀਜਨ ਪਹੁੰਚਾਉਣਾ ਹੈ, ਬਟ ਉਹ ਅੰਦਰ ਪੈਸ਼ਨ ਹੈ, ਉਹ ਜਜ਼ਬਾ ਹੈ ਹਰ ਇੱਕ ਇਨਸਾਨ ਦੇ ਵਿੱਚ, ਇਨਸਾਨੀਅਤ ਜ਼ਰੂਰ ਹੈ। ਚਾਹੇ ਤੁਸੀਂ ਕੋਈ ਵੀ ਕੰਮ ਕਰਦੇ ਹੋ, ਚਾਹੇ ਤੁਸੀਂ ਆਟੋ ਵਾਲੇ ਹੋ, ਤੁਸੀਂ ਕੋਵਿਡ ਦੇ ਦੌਰਾਨ ਜ਼ਰੂਰ ਫ੍ਰੀ ਰਾਈਡ ਦਿੱਤੀ ਹੋਏਗੀ ਹੌਸਪੀਟਲ ਦੇ ਵਿੱਚ। ਚਾਹੇ ਤੁਸੀਂ ਇੱਕ ਸ਼ੈਫ ਹੋ, ਇੱਕ ਸ਼ੈਫ ਨੇ ਵੀ ਫ੍ਰੀ ਦੇ ਵਿੱਚ ਜ਼ਰੂਰ ਖਾਣਾ ਦਿੱਤਾ ਹੋਏਗਾ ਕਿਸੇ ਨੂੰ ਜਦ ਉਹਨੂੰ ਲੋੜ ਸੀਗੀ ਕੋਵਿਡ ਦੇ ਦੌਰਾਨ। ਕੋਵਿਡ ਦੇ ਵਿੱਚ ਮੈਂ ਇੱਕ ਇੱਦਾਂ ਦੀ ਚੀਜ਼ ਵੇਖੀ, ਇੱਕ ਇੱਦਾਂ ਦੀ ਬਿਊਟੀ ਦੇਖੀ ਮੈਂ ਲੋਕਾਂ ਦੇ ਵਿੱਚ ਕਿ ਹਰ ਇੱਕ ਦੇ ਵਿੱਚ ਇਨਸਾਨੀਅਤ ਜ਼ਰੂਰ ਹੈ, ਉਹਨੂੰ ਬਸ ਇਗਨਾਈਟ ਕਰਨ ਦੀ ਲੋੜ ਹੈ। ਉਹ ਇਨਸਾਨੀਅਤ ਨੂੰ ਜਗਾਈਏ ਕਿਵੇਂ, ਅਤੇ ਇਹ ਇੱਕ ਖਾਸ ਚੀਜ਼ ਮੈਂ ਕੋਵਿਡ ਦੇ ਵਿੱਚ ਵੇਖੀ। ਇੱਕ ਪ੍ਰੈਗਨੈਂਟ ਲੇਡੀ ਜਦ ਸਾਡੇ ਕੋਲ ਆਈ ਸੀਗੀ ਅਤੇ ਸਾਡਾ ਕੰਮ ਖਾਲੀ ਆਕਸੀਜਨ ਪਹੁੰਚਾਉਣਾ ਹੈ, ਬਟ ਅਸੀਂ ਉਹਨੂੰ ਆਕਸੀਜਨ ਦੇ ਕੇ ਸਟੇਬਲ ਕਰਕੇ ਹੌਸਪੀਟਲ ਦੇ ਵਿੱਚ ਲੈ ਕਰ ਗਏ। ਅਤੇ ਅਗਲੀ ਸਵੇਰ ਮੈਨੂੰ ਇੱਕ WhatsApp ਫੋਟੋ ਆਉਂਦੀ ਹੈ ਮੇਰੇ ਫ਼ੋਨ ਦੇ ਵਿੱਚ ਕਿ ਥੈਂਕ ਯੂ, ਅਤੇ ਨਾਲ ਬੱਚੇ ਦੀ ਫੋਟੋ। ਇੱਦਾਂ ਦੇ ਇੰਸੀਡੈਂਟਸ ਨੇ ਜੋ ਸਾਨੂੰ ਮੋਟੀਵੇਟ ਕਰਦੇ ਨੇ ਕਿ ਅਸੀਂ ਹੋਰ ਵੱਧ ਚੜ੍ਹ ਕੇ ਸੇਵਾ ਕਰੀਏ, ਬਿਕੋਜ਼ ਇਹਦੇ ਵਿੱਚ ਕੋਈ ਪਰਸਨਲ ਇੰਟਰਸਟ ਨਹੀਂ ਕਿਸੇ ਦਾ ਵੀ, ਬਟ ਅਸੀਂ ਕਿਸੇ ਵੀ ਗਰੀਬ ਇਨਸਾਨ ਦਾ ਇੱਕ ਵੀ ਆਂਸੂ ਡੁੱਲਣ ਤੋਂ ਰੋਕ ਦਈਏ, ਉਹ ਸਾਡੇ ਵਾਸਤੇ ਇੰਸਪੀਰੇਸ਼ਨ ਹੈ। ਹੋਰ ਕੁਛ ਨਹੀਂ ਚਾਹੀਦਾ ਸਾਨੂੰ। 5 ਸਾਲ ਪਹਿਲਾਂ ਹਰਤੀਰਥ ਸਿੰਘ ਦੇ ਵਿੱਚ ਜਿਹੜਾ ਫੁਕਰਾ ਸੀਗਾ ਅਤੇ ਅੱਜ ਕਾਫੀ ਡਿਫਰੈਂਸ ਹੈ। ਤਦ ਮੈਨੂੰ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ ਸੀ। ਅੱਜ ਮੈਨੂੰ ਜਦ ਮੈਂ ਸ਼ਾਮੀ ਜਾਂਦਾ ਘਰ ਸੌਣ ਵਾਸਤੇ ਅਤੇ ਨੀਂਦ ਬਹੁਤ ਚੰਗੀ ਆਉਂਦੀ ਹੈ, ਬਿਕੋਜ਼ ਇਹ ਸਾਰਾ ਕੁਝ ਸੇਵਾ ਕਰਕੇ ਹੈ। ਤੁਸੀਂ ਖੁਦ ਮੰਨਿਓ ਮੇਰੀ ਗੱਲ, ਇੱਕ ਵਾਰੀ ਗਰਾਊਂਡ 'ਤੇ ਜ਼ਰੂਰ ਜਾਇਓ, ਸੇਵਾ ਕਰਿਓ, ਅਤੇ ਤੁਸੀਂ ਖੁਦ ਮੈਨੂੰ ਉਹਦੇ ਬਾਅਦ WhatsApp ਕਰਿਓ, ਫੋਨ ਕਰਿਓ, ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ। ਇੱਕ ਚੜ੍ਹਦੀ ਕਲਾ ਜਿਹੜਾ ਸਾਡਾ ਵਰਡ ਹੈ, ਪੰਜਾਬ ਦੇ ਵਿੱਚ ਹਰ ਕੋਈ ਕਹਿੰਦਾ ਮੈਂ ਬੜਾ ਕਾਇਮ ਹਾਂ, ਚੜ੍ਹਦੀ ਕਲਾ 'ਚ ਆ, ਬਟ ਸੇਵਾ ਕਰਕੇ ਜਿਹੜੀ ਫੀਲਿੰਗ ਆਉਂਦੀ ਹੈ ਉਹ ਮੇਰੇ ਵਾਸਤੇ ਚੜ੍ਹਦੀ ਕਲਾ ਦੇ ਵਿੱਚ ਹੈ। ਉਸ ਤੋਂ ਬੈਟਰ ਕੋਈ ਫੀਲਿੰਗ ਨਹੀਂ ਹੈ। ਪੰਜਾਬ ਦੇ ਵਿੱਚ ਕਾਫੀ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਉਹੀ ਗੁਰੂ ਨਾਨਕ ਦੇ ਪੁੱਤ ਹਾਂ, ਕਿ ਅਸੀਂ ਉਹੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਕਿ ਸਾਡਾ ਵਿਰਸਾ ਇੰਨਾ ਰਿਚ ਸੀਗਾ, ਇੰਨਾ ਸਾਡਾ ਚੰਗਾ ਵਿਰਸਾ ਸੀਗਾ, ਅਤੇ ਅੱਜ ਅਸੀਂ ਕੀ ਕਰ ਰਹੇ ਹਾਂ, ਅਸੀਂ ਡਰੱਗਸ ਦੇ ਵਿੱਚ ਰੁੱਲੇ ਹੋਏ ਹਾਂ। ਸਾਡਾ ਖਾਲੀ ਇੱਕ ਮੋਟਿਵ, ਅਸੀਂ ਕੈਨੇਡਾ ਜਾਣਾ ਪੜ੍ਹਨ ਵਾਸਤੇ, ਬਟ ਤੁਸੀਂ ਆਪਣਾ ਲੈਂਡ ਨਹੀਂ ਸੰਭਾਲਣਾ, ਤੁਸੀਂ ਆਪਣੇ ਮਾਂ ਪਿਓ ਨੂੰ ਨਹੀਂ ਸਾਂਭਣਾ ਕਿ ਅਸੀਂ ਕਿੱਥੇ ਜਾ ਰਹੇ ਹਾਂ, ਕਿ ਅਸੀਂ ਖਾਲੀ ਡਰੱਗਸ ਦੇ ਵਿੱਚ ਰੁਲਣਾ ਹੈ ਜਾਂ ਫਿਰ ਅਸੀਂ ਕਿਸੇ ਦੀ ਮਦਦ ਵੀ ਕਰਨੀ ਹੈ, ਕਿਸੇ ਦੀ ਸੇਵਾ ਕਰਕੇ ਕਿਸੇ ਦਾ ਭਲਾ ਵੀ ਕਰਨਾ ਹੈ। ਅਸੀਂ ਉਹੀ ਕੌਮਾਂ ਜਿਹੜਾ ਰੋਜ਼ ਸਵੇਰੇ ਅਤੇ ਸ਼ਾਮੀ ਅਰਦਾਸ ਤੋਂ ਬਾਅਦ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਬਟ ਕੀ ਅਸੀਂ ਸਰਬੱਤ ਦਾ ਭਲਾ ਕਰ ਰਹੇ ਹਾਂ? ਸਾਡੇ ਪੰਜਾਬ ਦੇ ਇੰਨਾ ਬੁਰਾ ਹਾਲ ਹੈ, ਅਸੀਂ ਸਰਬੱਤ ਦਾ ਕੀ ਸੋਚੀਏ। ਆਓ ਨਾਲ ਰਲ ਕੇ ਸੇਵਾ ਕਰੀਏ, ਅਤੇ ਉਹਦੇ ਬਾਅਦ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਫੀਲਿੰਗ ਹੈ ਨਾ, ਜੋ ਕਹਿੰਦੇ ਸੀ ਕੈਮ ਫੀਲਿੰਗ, ਉਹ ਫੀਲਿੰਗ ਅਸੀਂ ਲਾਈਏ ਆਪਣੇ ਨੂੰ। जोश टॉक्स ਹੁਣ Spotify ਐਕਸਕਲੂਸਿਵ ਪੋਡਕਾਸਟ ਹੈ, ਜਿਹਦੇ ਨਾਲ ਜੋਸ਼ ਟਾਕਸ ਦੀਆਂ ਸਾਰੀਆਂ ਕਹਾਣੀਆਂ ਆਡੀਓ ਫਾਰਮੈਟ ਵੀ ਉਪਲਬਧ ਹੋਣਗੀਆਂ ਸਿਰਫ ਤੇ ਸਿਰਫ Spotify ਤੇ ਹਾਂ, ਜੇ ਇਹ ਵੀਡੀਓ ਚੰਗੀ ਲੱਗੀ ਤਾਂ ਜੋਸ਼ ਟਾਕਸ ਪੋਡਕਾਸਟ ਨੂੰ ਤੁਸੀਂ Spotify ਤੇ ਫੋਲੋ ਕਰ ਸਕਦੇ ਹੋ ਐਂਡ ਸੁਣ ਸਕਦੇ ਹੋ ਇਹ ਜਿਹੀਆਂ ਹੋਰ ਬਹੁਤ ਸਾਰੀਆਂ ਇੰਸਪਾਇਰਿੰਗ ਕਹਾਣੀਆਂ ਸਿਰਫ Spotify ਤੇ।
ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।